ਹੈਲੋ ਸਟੂਡੈਂਟਸ, ਆਈ ਐਮ ਵਿਸ਼ਾਲ ਗੋਇਲ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ 25 ਸਤੰਬਰ 2020 ਤੋਂ ਫਾਈਨਲ ਐਗਜ਼ਾਮ ਸਟਾਰਟ ਹੋ ਰਹੇ ਹੈ। ਸੋ ਸਾਡੇ ਕੋਲ ਕਾਫੀ ਸਟੂਡੈਂਟਸ ਦੇ ਡਾਊਟਸ ਆ ਰਹੇ ਹੈ ਰਿਗਾਰਡਿੰਗ ਕੁਐਸਚਨ ਪੇਪਰ, ਰਿਗਾਰਡਿੰਗ ਆਨਸਰ ਸ਼ੀਟਸ, ਰਿਗਾਰਡਿੰਗ PDF ਕਿੱਦਾਂ ਬਣਾਉਣੀ ਹੈ ਅਤੇ ਮੋਡ ਆਫ ਐਗਜ਼ਾਮੀਨੇਸ਼ਨ। ਸੋ ਅੱਜ ਆਪਾਂ ਦੇਖਦੇ ਹਾਂ ਕੁਝ ਕੁ ਗਾਈਡਲਾਈਨਸ ਦੇ ਉੱਤੇ। ਆਈ ਹੋਪ ਕਿ ਤੁਹਾਡੇ ਕਾਫੀ ਡਾਊਟਸ ਇਹਦੇ ਨਾਲ ਕਲੀਅਰ ਹੋ ਜਾਣਗੇ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੁਐਸਚਨ ਪੇਪਰ ਦੀ। ਕੁਐਸਚਨ ਪੇਪਰ ਤੁਹਾਨੂੰ ਪਤਾ ਹੈ ਕਿ ਆਲਰੇਡੀ ਪ੍ਰਿੰਟ ਹੋ ਚੁੱਕੇ ਹੈ। ਸੋ ਹੋ ਸਕਦਾ ਹੈ ਕਿ ਤੁਹਾਡੇ ਕੁਐਸਚਨ ਪੇਪਰ ਪੁਰਾਣੇ ਪੈਟਰਨ ਦੇ ਅਕੋਰਡਿੰਗ ਹੋਣ। ਸੋ ਇਸ ਕਰਕੇ ਯੂਨੀਵਰਸਿਟੀ ਨੇ ਗਾਈਡਲਾਈਨਸ ਜਾਰੀ ਕੀਤੀਆਂ ਨੇ। ਸੋ ਉਹਦੇ ਅਕੋਰਡਿੰਗ ਕੀ ਹੈ ਕਿ ਅਗਰ ਸਪੋਜ਼ ਕਰੋ ਤੁਹਾਡੇ ਪੁਰਾਣੇ ਪੈਟਰਨ ਦੇ ਵਿੱਚ ਕੁਐਸਚਨ ਪੇਪਰ ਕਿੱਦਾਂ ਆਉਂਦਾ ਸੀ ਕਿ ਜਿਵੇਂ ਇੱਥੇ ਐਗਜ਼ਾਮਪਲ 'ਚ ਮੈਂ ਇੱਕ ਸ਼ੋਅ ਕਰ ਰਿਹਾ ਕਿ ਸੈਕਸ਼ਨ A ਦੇ ਵਿੱਚ 4 ਕੁਐਸਚਨ ਨੇ, ਉਹਦੇ ਵਿੱਚੋਂ ਤੁਸੀਂ 2 ਕੁਐਸਚਨ ਅਟੈਂਪਟ ਕਰਨੇ ਹੁੰਦੇ ਸੀ। ਵਿੱਚ ਵੀ 4 ਕੁਐਸਚਨ ਨੇ, ਉਹਦੇ ਵਿੱਚੋਂ ਵੀ ਤੁਸੀਂ 2 ਕੁਐਸਚਨ ਅਟੈਂਪਟ ਕਰਨੇ ਹੁੰਦੇ ਸੀ। ਯਾਨੀ ਕਿ ਸੈਕਸ਼ਨ A ਅਤੇ B ਦੇ ਵਿੱਚੋਂ ਟੋਟਲ 4 ਕੁਐਸਚਨ ਅਟੈਂਪਟ ਹੋ ਗਏ। ਅਤੇ ਸੈਕਸ਼ਨ C ਦੇ ਵਿੱਚ 1 ਕੁਐਸਚਨ ਹੁੰਦਾ ਹੈ ਜਿਹਦੇ ਵਿੱਚ ਸਬ ਕੁਐਸਚਨਸ ਹੁੰਦੇ ਨੇ, ਸ਼ੋਰਟ ਕੁਐਸਚਨਸ। ਉਹ ਸਾਰਾ ਕੰਪਲਸਰੀ ਹੁੰਦਾ ਸੀ। ਬਟ ਹੁਣ ਤੁਸੀਂ ਅਗਰ ਕੁਐਸਚਨ ਪੇਪਰ ਤੁਹਾਨੂੰ ਇੱਦਾਂ ਦਾ ਆਉਂਦਾ ਹੈ ਤਾਂ ਤੁਸੀਂ ਉਹਦੇ 'ਚੋਂ ਸੈਕਸ਼ਨਸ ਵੀ ਇਗਨੋਰ ਕਰਨੇ ਹੈ ਅਤੇ ਓਪਸ਼ਨਸ ਵੀ ਇਗਨੋਰ ਕਰਨੀਆਂ ਨੇ। ਤਾਂ ਹੁਣ ਇੱਥੇ ਅਗਰ ਆਪਾਂ ਦੇਖੀਏ ਤਾਂ ਟੋਟਲ ਕੁਐਸਚਨ ਕਿੰਨੇ ਬਣ ਰਹੇ ਹੈ। 4 ਕੁਐਸਚਨ ਸੈਕਸ਼ਨ A ਦੇ, 4 ਕੁਐਸਚਨ ਸੈਕਸ਼ਨ B ਦੇ ਅਤੇ 1 ਸੈਕਸ਼ਨ C ਦਾ ਲੌਂਗ ਕੁਐਸਚਨ ਕਹਿ ਸਕਦੇ ਆਪਾਂ। ਸੋ ਟੋਟਲ ਕੁਐਸਚਨ ਕਿੰਨੇ ਹੋ ਗਏ? 9। ਸੋ ਅਕੋਰਡਿੰਗ ਟੂ ਦੀ ਯੂਨੀਵਰਸਿਟੀ ਗਾਈਡਲਾਈਨਸ ਤੁਸੀਂ ਇਹ 9 ਦੇ ਵਿੱਚੋਂ ਅਗਰ ਆਪਾਂ ਇਹਦਾ 50% ਕਰੀਏ ਤਾਂ 4.5 ਆਉਂਦਾ ਹੈ। ਤਾਂ ਬਟ ਤੁਸੀਂ ਉਹਦੇ 'ਚੋਂ 0.5 ਨੂੰ ਇਗਨੋਰ ਕਰਕੇ ਸਿਰਫ 4 ਕੁਐਸਚਨ ਹੀ ਅਟੈਂਪਟ ਕਰਨੇ ਆ। ਸੋ ਇੱਥੇ ਤੁਸੀਂ ਟੋਟਲ 9 ਕੁਐਸਚਨ ਦੇ ਵਿੱਚੋਂ ਕੋਈ ਵੀ 4 ਕੁਐਸਚਨ ਅਟੈਂਪਟ ਕਰਨੇ ਹੈ। ਉਹ 4 ਕੁਐਸਚਨਸ ਕੋਈ ਵੀ ਹੋ ਸਕਦੇ ਨੇ। ਇਹ ਜ਼ਰੂਰੀ ਨਹੀਂ ਹੈ ਕਿ ਸੈਕਸ਼ਨ A ਦੇ ਵਿੱਚੋਂ 2 ਕਰਨੇ ਆ ਜਾਂ ਸੈਕਸ਼ਨ B 'ਚੋਂ ਵੀ 2 ਕਰਨੇ ਹੈ। ਉਹ 4 ਕੁਐਸਚਨ ਕੋਈ ਵੀ ਹੋ ਸਕਦੇ ਨੇ। ਈਵਨ ਸੈਕਸ਼ਨ C ਵਾਲਾ ਅਗਰ ਤੁਸੀਂ ਕੁਐਸਚਨ ਅਟੈਂਪਟ ਕਰਦੇ ਹੋ ਤਾਂ ਇੱਥੇ ਦੇਖੋ ਸ਼ੋਰਟ ਕੁਐਸਚਨ 6 ਨੇ, ਤਾਂ ਉਹ ਸਾਰੇ ਦੇ ਸਾਰੇ 6 ਕੁਐਸਚਨ ਕਰਕੇ ਤੁਹਾਨੂੰ 1 ਕੁਐਸਚਨ ਦੀ ਵੇਟੇਜ ਮਿਲੇਗੀ। ਠੀਕ ਹੈ। ਸੋ 9 ਦੇ ਵਿੱਚੋਂ ਇੱਥੇ ਤੁਸੀਂ ਕੋਈ ਵੀ 4 ਕੁਐਸਚਨ ਅਟੈਂਪਟ ਕਰ ਸਕਦੇ ਹੋ। ਚਾਰੋਂ ਕੁਐਸਚਨ ਚਾਹੇ ਸੈਕਸ਼ਨ A ਦੇ ਵੀ ਹੋ ਸਕਦੇ ਨੇ। ਸੋ ਇਸ ਕਰਕੇ ਤੁਸੀਂ ਹਾਫ ਯਾਨੀ ਕਿ 4 ਕੁਐਸਚਨ ਇੱਥੇ ਅਟੈਂਪਟ ਕਰਨੇ ਹੈ। ਇਸੇ ਤਰ੍ਹਾਂ ਅਗਰ ਤੁਹਾਡੇ ਕੁਐਸਚਨ ਪੇਪਰ ਦੇ ਵਿੱਚ ਟੋਟਲ 8 ਕੁਐਸਚਨ ਨੇ ਤਾਂ ਵੀ ਤੁਸੀਂ 4 ਕੁਐਸਚਨ ਅਟੈਂਪਟ ਕਰੋਗੇ। ਅਗਰ 9 ਕੁਐਸਚਨ ਨੇ ਤਾਂ ਉਹਦਾ ਹਾਫ 4.5 ਯਾਨੀ ਕਿ ਤੁਸੀਂ ਉੱਥੇ ਵੀ 4 ਕੁਐਸਚਨ ਹੀ ਅਟੈਂਪਟ ਕਰਨੇ ਆ। ਅਗਰ 10 ਕੁਐਸਚਨ ਨੇ ਤੁਹਾਡੇ ਕੁਐਸਚਨ ਪੇਪਰ 'ਚ ਤਾਂ ਤੁਸੀਂ ਉੱਥੇ 5 ਕੁਐਸਚਨ ਅਟੈਂਪਟ ਕਰੋਗੇ। ਇਸੇ ਤਰੀਕੇ ਨਾਲ ਅਗਰ ਟੋਟਲ ਕੁਐਸਚਨ 6 ਨੇ ਤਾਂ ਉੱਥੇ ਤੁਸੀਂ 3 ਕੁਐਸਚਨ ਅਟੈਂਪਟ ਕਰੋਗੇ। ਹੁਣ ਸੈਕਿੰਡ ਗੱਲ ਕਰਦੇ ਹਾਂ ਕਿ ਉਹਨਾਂ ਕੁਐਸਚਨਸ ਦੀ ਮਾਰਕਿੰਗ ਕਿੱਦਾਂ ਹੋਏਗੀ। ਹੁਣ ਇੱਥੇ ਕੁਐਸਚਨ ਪੇਪਰ ਦੇ ਵਿੱਚ ਜੋ ਵੀ ਮਾਰਕਸ ਦਿੱਤੇ ਗਏ ਆ ਉਹ ਤੁਸੀਂ ਇਗਨੋਰ ਕਰਨੇ ਹੈ। ਹੁਣ ਸਪੋਜ਼ ਕਰੋ ਇੱਥੇ ਟੋਟਲ ਮਾਰਕਸ ਸਪੋਜ਼ ਕਰੋ ਤੁਹਾਡੇ 80 ਨੇ, ਮਤਲਬ ਟੋਟਲ ਕੁਐਸਚਨ ਪੇਪਰ ਹੈ ਜਿਹੜਾ ਤੁਹਾਡਾ 80 ਮਾਰਕਸ ਦਾ ਹੈ। ਤਾਂ ਉੱਥੇ 4 ਕੁਐਸਚਨ ਅਗਰ ਤੁਸੀਂ ਅਟੈਂਪਟ ਕਰ ਰਹੇ ਹੋ, 4 ਕੁਐਸਚਨ ਅਟੈਂਪਟ ਕਰਨੇ ਆਪਾਂ 9 ਦੇ ਵਿੱਚੋਂ, ਤਾਂ ਉੱਥੇ ਚਾਰੋਂ ਕੁਐਸਚਨ 20 ਮਾਰਕਸ ਦੇ ਮੰਨੇ ਜਾਣਗੇ। ਇੰਕਲੂਡਿੰਗ ਅਗਰ ਤੁਸੀਂ 9th ਕੁਐਸਚਨ ਵੀ ਅਟੈਂਪਟ ਕਰਦੇ ਹੋ ਤਾਂ ਉਹ ਪੂਰੇ ਦਾ ਪੂਰਾ 9th ਕੁਐਸਚਨ 20 ਮਾਰਕਸ ਦਾ ਮੰਨਿਆ ਜਾਏਗਾ। ਸੋ ਇਸ ਕਰਕੇ ਜਿਹੜੇ ਮਾਰਕਸ ਨੇ ਉਹ ਇਕੁਅਲੀ ਡਿਵਾਈਡ ਹੋਣਗੇ। ਅਗਰ 5 ਕੁਐਸਚਨ ਨੇ ਤਾਂ 80 ਦਾ ਅਗਰ ਟੋਟਲ ਕੁਐਸਚਨ ਪੇਪਰ ਹੈ ਤਾਂ ਉੱਥੇ 5 ਕੁਐਸਚਨ 16 ਮਾਰਕਸ ਦੇ ਮੰਨੇ ਜਾਣਗੇ। ਸੋ ਇਸ ਕਰਕੇ ਤੁਸੀਂ ਕੋਈ ਵੀ 50% ਕੁਐਸਚਨ ਪੇਪਰ ਅਟੈਂਪਟ ਕਰਨਾ ਹੈ। ਅਤੇ ਅਟੈਂਪਟ ਕਰਨ ਲੱਗੇ ਧਿਆਨ ਰੱਖਣਾ ਹੈ ਕਿ ਤੁਹਾਡੇ ਕੋਲ ਸਿਰਫ 16 ਸ਼ੀਟਾਂ ਹੀ ਨੇ। ਸੋ ਇਸ ਕਰਕੇ ਅਗਰ ਤੁਸੀਂ ਛੋਟੇ ਕੁਐਸਚਨ ਅਟੈਂਪਟ ਕਰਦੇ ਹੋ ਸਾਰੇ ਦੇ ਸਾਰੇ ਉੱਥੇ ਹੋ ਸਕਦਾ ਸ਼ੀਟਸ ਜ਼ਿਆਦਾ ਕਾਊਂਟ ਹੋਣ। ਤਾਂ ਇਸ ਕਰਕੇ ਮੇਰੀ ਸੁਜੈਸ਼ਨ ਇਹੀ ਹੈ ਕਿ ਤੁਸੀਂ ਉੱਪਰ ਵਾਲੇ ਜਿਹੜੇ ਲੌਂਗ ਕੁਐਸਚਨ ਨੇ ਉਹਨਾਂ ਦੇ ਵਿੱਚੋਂ ਕੋਈ ਵੀ 4 ਕੁਐਸਚਨਸ ਅਟੈਂਪਟ ਕਰੋ। ਸੋ ਉਸੇ ਤਰੀਕੇ ਨਾਲ ਅਗਰ 6 ਕੁਐਸਚਨ ਨੇ ਜਾਂ 7 ਕੁਐਸਚਨ ਨੇ ਟੋਟਲ ਤਾਂ ਤੁਸੀਂ ਉੱਥੇ 3 ਕੁਐਸਚਨਸ ਅਟੈਂਪਟ ਕਰਨੇ ਹੈ। ਅਤੇ ਮਾਰਕਸ ਹਮੇਸ਼ਾ ਇਕੁਅਲੀ ਡਿਵਾਈਡ ਹੋਣਗੇ ਸਾਰੇ ਦੇ ਸਾਰੇ ਕੁਐਸਚਨਸ ਦੇ ਵਿੱਚ। ਸੋ ਹੁਣ ਸੈਕਿੰਡ ਗੱਲ ਕਰਦੇ ਹਾਂ ਕੁਐਸਚਨਸ ਦੀ, ਆਨਸਰ ਸ਼ੀਟਸ ਦੀ। ਆਨਸਰ ਸ਼ੀਟ ਦੇ ਵਿੱਚ ਤੁਸੀਂ ਕਿਹੜੀਆਂ ਆਨਸਰ ਸ਼ੀਟਸ ਯੂਜ਼ ਕਰਨੀਆਂ ਨੇ, ਕਿਹੜੇ ਪੇਪਰਸ ਯੂਜ਼ ਕਰਨੇ ਆ। ਸੋ ਉਹਦੇ ਲਈ ਯੂਨੀਵਰਸਿਟੀ ਦੀਆਂ ਗਾਈਡਲਾਈਨਸ ਨੇ ਕਿ ਤੁਸੀਂ A4 ਸਾਈਜ਼ ਦੇ ਪੇਪਰ ਹੀ ਯੂਜ਼ ਕਰਨੇ ਆ। A4 ਸਾਈਜ਼ ਦੇ ਪੇਪਰ ਜਿੱਦਾਂ ਕਿ ਇਹ ਵਾਲਾ ਸਾਈਜ਼ ਹੈ, ਇਹ A4 ਸਾਈਜ਼ ਦਾ ਇੱਕ ਪੇਪਰ ਹੈ ਜੋ ਯੂਨੀਵਰਸਿਟੀ ਨੇ ਤੁਹਾਨੂੰ ਪ੍ਰੋਵਾਈਡ ਕੀਤਾ ਹੈ। ਇੱਕ ਸੈਂਪਲ ਪ੍ਰੋਵਾਈਡ ਕੀਤਾ ਹੈ ਕਿ ਤੁਸੀਂ ਉਹ ਜਿਹੜਾ ਪੇਪਰ ਹੈ ਉਹਦੇ ਫਸਟ ਪੇਜ ਦੇ ਉੱਤੇ ਇਹ ਵਾਲੀ ਡਿਟੇਲ ਨੋਟ ਕਰਨੀ ਹੈ ਜਿਹਦੇ ਵਿੱਚ ਤੁਹਾਡਾ ਕਲਾਸ, ਰੋਲ ਨੰਬਰ, ਸਬਜੈਕਟ, ਪੇਪਰ, ਡੇਟ ਆਫ ਐਗਜ਼ਾਮੀਨੇਸ਼ਨ ਅਤੇ ਤੁਹਾਡੇ ਸਾਈਨ ਹੋਣਗੇ। ਤੁਸੀਂ ਉਹ ਜਿਹੜਾ ਪੇਪਰ ਹੈ A4 ਸਾਈਜ਼ ਦਾ ਲੈਣਾ ਹੈ ਅਤੇ ਉਹ ਪੇਪਰ ਪਲੇਨ ਵੀ ਹੋ ਸਕਦਾ ਹੈ ਜਾਂ ਫਿਰ ਲਾਈਨਿੰਗ ਵਾਲਾ ਪੇਪਰ ਵੀ ਤੁਸੀਂ ਲੈ ਸਕਦੇ ਹੋ, ਇੱਦਾਂ ਦਾ ਪੇਪਰ। ਠੀਕ ਹੈ। ਬਟ ਉਹਦਾ ਸਾਈਜ਼ ਹੈ ਜੋ A4 ਹੋਣਾ ਚਾਹੀਦਾ ਹੈ, ਕੋਈ ਲੀਗਲ ਪੇਪਰ ਨਹੀਂ ਹੋਣਾ ਚਾਹੀਦਾ। ਸੋ ਸੁਜੈਸ਼ਨ ਇਹੀ ਹੈ ਕਿ ਤੁਸੀਂ ਜਿਹੜੇ ਉਹ ਪੇਪਰਸ ਨੇ ਆਲਰੇਡੀ 16 ਦੇ ਸੈੱਟ ਬਣਾ ਕੇ ਰੱਖ ਲਓ ਅਤੇ ਪੇਪਰ ਦੇ ਉੱਤੇ ਪੇਜ ਨੰਬਰ ਜ਼ਰੂਰ ਲਿਖਣਾ ਹੈ। ਜਿੱਦਾਂ ਇੱਥੇ ਪੇਜ ਨੰਬਰ 1 ਹੈ, 2, 3, 4,
ਸੋ ਇਸ ਤਰੀਕੇ ਨਾਲ 16 ਪੇਜਿਸ ਦੇ ਉੱਤੇ ਤੁਸੀਂ ਇੱਦਾਂ ਪੇਜ ਨੰਬਰ ਲਿਖ ਕੇ ਪਹਿਲਾਂ ਤੋਂ ਹੀ ਰੱਖ ਸਕਦੇ ਹੋ। ਅਤੇ ਜੋ ਇਹ ਵਾਲੀ ਡਿਟੇਲ ਹੈ ਇਹ ਤੁਸੀਂ ਸਿਰਫ ਫਸਟ ਪੇਜ ਦੇ ਉੱਤੇ ਹੀ ਨੋਟ ਕਰਨੀ ਹੈ, ਸਾਰੇ 16 ਦੇ 16 ਪੇਜਿਸ ਦੇ ਉੱਤੇ ਨੋਟ ਨਹੀਂ ਕਰਨੀ। ਦੂਸਰੀ ਗੱਲ, ਜੋ ਪੇਪਰਸ ਦੇ 16 ਪੇਜਿਸ ਦੀ ਬੈਕ ਸਾਈਡ ਹੈ, ਇਹ ਵਾਲੀ ਸਾਈਡ, ਇਸ ਸਾਈਡ ਦੇ ਉੱਤੇ ਤੁਸੀਂ ਕੁਛ ਵੀ ਰਾਈਟ ਨਹੀਂ ਕਰਨਾ। 16 ਦੇ 16 ਪੇਜਿਸ ਦੇ ਉੱਤੇ ਤੁਸੀਂ ਸਿਰਫ ਇੱਕ ਸਿੰਗਲ ਸਾਈਡ ਹੀ ਨੋਟ ਕਰਨਾ ਹੈ। ਸੋ ਇੱਥੇ ਮੈਂ ਇਹ ਦੋ ਫੋਰਮੈਟ ਸ਼ੋ ਕਰ ਰਿਹਾ ਤੁਹਾਨੂੰ, ਤੁਸੀਂ ਇਹਨਾਂ ਦੋਨਾਂ ਫੋਰਮੈਟਸ ਦੇ ਵਿੱਚੋਂ ਕੋਈ ਵੀ ਫੋਲੋ ਕਰ ਸਕਦੇ ਹੋ। ਇਹ ਤੁਸੀਂ ਆਲਰੇਡੀ ਪ੍ਰਿੰਟ ਆਊਟ ਵੀ ਕਢਵਾ ਕੇ ਰੱਖ ਸਕਦੇ ਹੋ ਜਾਂ ਫਿਰ ਆਪਣੇ ਹੈਂਡ ਰਿਟਨ ਇਸ ਤਰੀਕੇ ਨਾਲ ਨੋਟ ਕਰਕੇ ਰੱਖ ਸਕਦੇ ਹੋ। ਬਟ ਇਹ ਸਿਰਫ ਫਸਟ ਪੇਜ ਦੇ ਉੱਤੇ ਹੀ ਨੋਟ ਕਰਨਾ ਹੈ, ਸਾਰੇ 16 ਦੇ 16 ਪੇਜਿਸ ਦੇ ਉੱਤੇ ਨੋਟ ਨਹੀਂ ਕਰਨਾ। ਬਟ 16 ਪੇਜਿਸ ਦੇ ਉੱਤੇ ਤੁਸੀਂ ਨੰਬਰਿੰਗ ਜ਼ਰੂਰ ਨੋਟ ਕਰਕੇ ਰੱਖਣੀ ਹੈ ਇਸ ਤਰੀਕੇ ਨਾਲ। ਸੋਲਾਂ ਤੋਂ ਜ਼ਿਆਦਾ ਪੇਜਿਸ ਤੁਸੀਂ ਯੂਜ਼ ਨਹੀਂ ਕਰ ਸਕਦੇ, ਸਿਰਫ 16 ਪੇਜਿਸ ਹੀ ਯੂਜ਼ ਕਰ ਸਕਦੇ ਹਾਂ ਆਪਾਂ। ਅਤੇ 16 ਦੇ 16 ਪੇਜਿਸ ਦੇ ਸਿਰਫ ਸਿੰਗਲ ਸਾਈਡ ਹੀ ਯੂਜ਼ ਕਰਨੀ ਹੈ, ਡਬਲ ਸਾਈਡ ਯੂਜ਼ ਨਹੀਂ ਕਰਨੀ। ਪਿਛਲੀ ਸਾਈਡ ਚਾਹੇ ਉਹ ਪਲੇਨ ਹੈ ਚਾਹੇ ਲਾਈਨਿੰਗ ਹੈ, ਉਹਦਾ ਆਪਾਂ ਨੂੰ ਕੋਈ ਫਰਕ ਨਹੀਂ ਹੈ। ਸੋ ਇਸ ਕਰਕੇ ਕਿਉਂਕਿ ਆਪਾਂ ਉਹ ਯੂਜ਼ ਹੀ ਨਹੀਂ ਕਰਨੀ, ਆਪਾਂ ਸਿਰਫ ਫਰੰਟ ਸਾਈਡ ਯੂਜ਼ ਕਰਨੀ ਹੈ। ਫਰੰਟ ਸਾਈਡ ਤੁਸੀਂ ਲਾਈਨਿੰਗ ਵੀ ਯੂਜ਼ ਕਰ ਸਕਦੇ ਹੋ ਅਤੇ ਪਲੇਨ ਵੀ ਯੂਜ਼ ਕਰ ਸਕਦੇ ਹੋ, ਬਟ ਉਹਨਾਂ ਦਾ ਸਾਈਜ਼ ਹੈ ਜੋ A4 ਹੀ ਹੋਣਾ ਚਾਹੀਦਾ। ਸੋ ਹੁਣ ਨੈਕਸਟ ਹੈ ਕਿ ਜਦੋਂ ਤੁਸੀਂ ਪੇਪਰ ਨੂੰ ਅਟੈਂਪਟ ਕਰ ਲਿਆ, ਉਸ ਤੋਂ ਬਾਅਦ ਮੇਨ ਡਾਊਟ ਆਉਂਦਾ ਹੈ ਕਿ PDF ਕਿੱਦਾਂ ਬਣਾਉਣੀ ਹੈ। PDF ਬਣਾਉਣ ਲਈ ਕਾਫੀ ਈਜ਼ੀ ਮੈਥਡ ਆਪਾਂ ਯੂਜ਼ ਕਰਾਂਗੇ। ਦੇਖੋ, ਤੁਸੀਂ ਪਲੇ ਸਟੋਰ ਤੋਂ ਪਹਿਲਾਂ ਇਹ ਵਾਲੀ ਐਪ ਇੰਸਟਾਲ ਕਰ ਲੈਣੀ ਹੈ, ਜੋ ਕਿ ਹੈ ਡਾਕੂਮੈਂਟ ਸਕੈਨਰ ਮੇਡ ਇਨ ਇੰਡੀਆ। ਸੋ ਡਾਕੂਮੈਂਟ ਸਕੈਨਰ ਐਪ ਇੰਸਟਾਲ ਕਰਨ ਤੋਂ ਬਾਅਦ ਤੁਹਾਡੀ ਸਕਰੀਨ 'ਤੇ ਇੱਦਾਂ ਦਾ ਇੱਕ ਆਈਕਨ ਸ਼ੋ ਹੋਏਗਾ ਡੋਕ ਸਕੈਨਰ, ਤੁਸੀਂ ਉਹਨੂੰ ਓਪਨ ਕਰਨਾ ਹੈ ਡੋਕ ਸਕੈਨਰ ਨੂੰ। ਦੈਨ ਡੋਕ ਸਕੈਨਰ ਦੇ ਵਿੱਚ ਜੋ ਨੀਚੇ ਬਲੂ ਦੇ ਵਿੱਚ ਤੁਹਾਨੂੰ ਕੈਮਰਾ ਬਟਨ ਸ਼ੋ ਹੋ ਰਿਹਾ ਹੈ, ਆਪਾਂ ਕੈਮਰਾ ਦੇ ਉੱਤੇ ਕਲਿੱਕ ਕਰਾਂਗੇ, ਜਿਹਦੇ ਨਾਲ ਕੀ ਹੈ ਡਾਕੂਮੈਂਟ ਸਕੈਨ ਆਪਾਂ ਕਰ ਸਕਦੇ ਹਾਂ। ਸਕੈਨਿੰਗ ਕੁਛ ਨਹੀਂ ਹੈ, ਜਸਟ ਇੱਕ ਫੋਟੋ ਹੀ ਹੁੰਦੀ ਹੈ, ਬਟ ਇਹ ਹੈ ਕਿ ਫੋਟੋ ਨੂੰ ਤੁਸੀਂ ਸਹੀ ਤਰੀਕੇ ਨਾਲ ਕਲਿੱਕ ਕਰਨਾ। ਦੇਖੋ, ਫੋਟੋ ਨੂੰ ਕਲਿੱਕ ਕਰਨ ਲੱਗੇ ਆਪਾਂ ਇੱਦਾਂ ਨਹੀਂ ਕਲਿੱਕ ਕਰਨੀ, ਆਪਾਂ ਕੈਮਰੇ ਨੂੰ ਬਿਲਕੁਲ ਉੱਪਰ ਰੱਖਾਂਗੇ ਪੇਜ 'ਤੇ। ਸੋ ਦੇਖੋ, ਕਲਿੱਕ ਕਰ ਰਹੇ ਹਾਂ। ਪਹਿਲਾਂ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣੇ ਪੇਜ ਨੂੰ ਪ੍ਰੋਪਰ ਕਰੋਪ ਕਰਨਾ ਹੈ। ਇਹ ਨਹੀਂ ਹੈ ਕਿ ਤੁਸੀਂ ਸਾਰੀ ਦੀ ਸਾਰੀ ਇਮੇਜ ਲੈਣੀ ਹੈ, ਕਿਉਂਕਿ ਪੇਜ ਦੇ ਨਾਲ ਹੋਰ ਐਕਸਟਰਾ ਮਟੀਰੀਅਲ ਵੀ ਆ ਰਿਹਾ ਹੈ। ਹੋ ਸਕਦਾ ਤੁਹਾਡੀ ਬੈੱਡ ਆ ਰਿਹਾ ਹੋਵੇ, ਟੇਬਲ ਆ ਰਿਹਾ ਹੋਵੇ, ਉਹ ਕੁਛ ਵੀ ਹੋ ਸਕਦਾ ਹੈ। ਤੁਸੀਂ ਉਹਨੂੰ ਪ੍ਰੋਪਰ ਕਰੋਪ ਕਰਨਾ ਹੈ। ਦੈਨ ਕਰੋਪ ਕਰਨ ਤੋਂ ਬਾਅਦ ਤੁਸੀਂ ਇਹਦੇ ਨਾਲ ਇੱਕ ਫਿਲਟਰ ਵੀ ਅਪਲਾਈ ਕਰਨਾ। ਕਰੰਟ ਫਿਲਟਰ ਫਿਲਹਾਲ ਇੱਥੇ ਓਰੀਜਨਲ ਆਪਾਂ ਨੂੰ ਸ਼ੋ ਹੋ ਰਿਹਾ ਹੈ, ਤੁਸੀਂ ਇੱਥੋਂ ਦੀ ਇਹਨੂੰ ਚੇਂਜ ਕਰ ਸਕਦੇ ਹੋ ਫਿਲਟਰ ਨੂੰ। ਤਾਂ ਦੇਖੋ, ਅਲੱਗ-ਅਲੱਗ ਤੁਹਾਡੇ ਕੋਲ ਇੱਥੇ ਫਿਲਟਰ ਨੇ, ਤੁਸੀਂ ਇਹਨਾਂ ਨੂੰ ਫਿਲਟਰ ਨੂੰ ਅਪਲਾਈ ਕਰਕੇ ਦੇਖ ਸਕਦੇ ਹੋ। ਸੋ ਜੋ ਵੀ ਬੈਸਟ ਸੂਟੇਬਲ ਲੱਗ ਰਿਹਾ ਹੈ ਉਹ ਤੁਸੀਂ ਫਿਲਟਰ ਇਹਦੇ ਉੱਤੇ ਅਪਲਾਈ ਕਰਨਾ। ਸੋ ਇਹਦੇ ਨਾਲ ਕੀ ਹੈ, ਤੁਹਾਡਾ ਇੱਕ ਪੇਜ ਸਕੈਨ ਹੋ ਚੁੱਕੇ ਹੈ। ਦੈਨ ਇਸੇ ਤਰੀਕੇ ਨਾਲ ਆਪਾਂ ਦੂਸਰਾ ਪੇਜ ਸਕੈਨ ਕਰਦੇ ਹਾਂ। ਸਕੈਨ ਕਰਨ ਲੱਗੇ ਧਿਆਨ ਰੱਖਣਾ ਹੈ ਕਿ ਤੁਹਾਡਾ ਕੈਮਰਾ ਹਿਲਣਾ ਨਹੀਂ ਚਾਹੀਦਾ, ਹੱਥ ਤੁਹਾਡਾ ਹਿਲਣਾ ਨਹੀਂ ਚਾਹੀਦਾ, ਤਾਂ ਕਿ ਫੋਟੋ ਬਿਲਕੁਲ ਸਹੀ ਆਵੇ ਅਤੇ ਜੋ ਟੈਕਸਟ ਹੈ ਉਹ ਬਲਰ ਨਾ ਹੋਵੇ। ਇੱਥੇ ਵੀ ਤੁਸੀਂ ਇਹਨੂੰ ਉੱਦਾਂ ਹੀ ਰੋਟੇਟ ਕਰਨਾ ਹੈ ਤਾਂ ਰੋਟੇਟ ਵੀ ਕਰ ਸਕਦੇ ਹਾਂ, ਕਿਉਂਕਿ ਪੇਜ ਥੋੜ੍ਹਾ ਟੇਢਾ ਹੋ ਗਿਆ ਸੀ, ਲੈਂਡਸਕੇਪ ਮੋਡ 'ਚ ਹੋ ਗਿਆ ਸੀ। ਆਪਾਂ ਇਹਨੂੰ ਦੁਬਾਰਾ ਰੋਟੇਟ ਕਰਕੇ ਸਿੱਧਾ ਕਰਾਂਗੇ ਅਤੇ ਫੋਟੋ ਨੂੰ ਉੱਦਾਂ ਹੀ ਕਰੋਪ ਕਰਾਂਗੇ ਜਿੰਨਾ ਏਰੀਆ ਆਪਾਂ ਨੂੰ ਰਿਕੁਆਇਰਡ ਹੈ। ਸਾਰਾ ਏਰੀਆ ਨਹੀਂ ਚਾਹੀਦਾ ਆਪਾਂ ਨੂੰ ਸਿਰਫ ਜੋ ਏਰੀਆ ਚਾਹੀਦਾ ਹੈ ਆਪਾਂ ਓਨਾ ਹੀ ਏਰੀਆ ਰੱਖਾਂਗੇ। ਅਤੇ ਉਸੇ ਤਰੀਕੇ ਨਾਲ ਇਹਦੇ ਉੱਤੇ ਫਿਲਟਰ ਵੀ ਅਪਲਾਈ ਕਰਾਂਗੇ। ਫਿਲਟਰ ਅਪਲਾਈ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਦੇ ਨਾਲ ਫੋਟੋ ਕਲੀਅਰ ਹੋ ਜਾਂਦੀ ਹੈ। ਦੈਨ ਇਸ ਤਰੀਕੇ ਨਾਲ ਤੁਸੀਂ 1 ਬਾਏ 1 ਸਾਰੇ ਪੇਜਿਸ ਸਕੈਨ ਕਰ ਸਕਦੇ ਹੋ। ਇੱਥੇ ਤੁਹਾਡੇ ਕੋਲ ਲੈਫਟ ਦੇ ਨੀਚੇ ਸ਼ੋ ਹੋ ਰਿਹਾ ਹੈ ਕਿ ਇਸ ਟਾਈਮ 'ਤੇ 2 ਪੇਜ ਸਕੈਨ ਹੋ ਚੁੱਕੇ ਹੈ। ਸੋ ਹੁਣ ਅਗਰ ਆਪਾਂ ਇਹਨੂੰ ਸੇਵ ਕਰਦੇ ਹਾਂ, ਰਾਈਟ ਦੇ ਉੱਤੇ ਜੋ ਟਿਕ ਬਟਨ ਹੈ ਉਹਦੇ ਨਾਲ ਅਗਰ ਆਪਾਂ ਇਹਨੂੰ ਸੇਵ ਕਰਦੇ ਹਾਂ ਤਾਂ ਸੇਵ ਹੋ ਰਹੀ ਹੈ। ਇਸ ਤੋਂ ਬਾਅਦ ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਹੋ, ਓਪਨ PDF ਕਰਕੇ ਦੇਖ ਸਕਦੇ ਹੋ। ਸੋ ਰੀਨੇਮ ਕਰ ਸਕਦੇ ਹੋ, ਜੋ ਸਭ ਤੋਂ ਰਾਈਟ 'ਤੇ ਓਪਸ਼ਨ ਹੈ। ਰੀਨੇਮ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਐਗਜ਼ਾਮੀਨਰ ਨੂੰ ਜਦੋਂ ਤੁਸੀਂ ਸੈਂਡ ਕਰੋਗੇ ਉਹਨੂੰ ਪਤਾ ਲੱਗ ਜਾਏ ਕਿ ਇਹ ਕਿਹੜੇ ਰੋਲ ਨੰਬਰ ਦਾ ਐਗਜ਼ਾਮ ਹੈ। ਸੋ ਇਹਨੂੰ ਰੀਨੇਮ ਕਰਦੇ ਹਾਂ। ਇੱਥੇ ਬਾਈ ਡਿਫੋਲਟ ਜੋ ਨੇਮ ਹੈ ਉਹ ਕੀ ਹੈ, ਡੇਟ ਐਂਡ ਟਾਈਮ ਆ ਰਹੇ ਹੈ। ਸੋ ਇਹਨੂੰ ਰੀਨੇਮ ਕਰਾਂਗੇ ਤੁਹਾਡਾ ਰੋਲ ਨੰਬਰ ਹੋ ਸਕਦਾ, ਤੁਹਾਡਾ ਰੋਲ ਨੰਬਰ ਹੈ ਸਪੋਜ਼ ਕਰੋ 6515। ਸੋ 6515 ਇਹਦੇ ਨਾਲ ਹੀ ਅਗਰ ਤੁਸੀਂ ਆਪਣਾ ਸਬਜੈਕਟ ਦੇਣਾ ਚਾਹੁੰਦੇ ਹੋ, ਲਾਈਨਕਸ ਜਾਂ ਪੰਜਾਬੀ, ਜੋ ਵੀ ਤੁਹਾਡੇ ਸਬਜੈਕਟ ਦਾ ਐਗਜ਼ਾਮ ਹੈ ਉਹ ਤੁਸੀਂ ਇੱਥੇ ਸਬਜੈਕਟ ਦੇ ਸਕਦੇ ਹੋ। ਜਿੱਦਾਂ ਵੀ ਤੁਹਾਨੂੰ ਤੁਹਾਡੇ ਕੋਆਰਡੀਨੇਟਰ ਨੇ ਗਾਈਡਲਾਈਨਸ ਦਿੱਤੀਆਂ ਨੇ ਉਸ ਤਰੀਕੇ ਨਾਲ ਤੁਸੀਂ ਇਹਦਾ ਨਾਮ ਰੱਖਣਾ ਹੈ। ਸੋ
ਸੋ ਅਗਰ ਆਪਾਂ ਇੱਥੇ ਇਹਦਾ ਨਾਮ ਰੱਖਦੇ ਹਾਂ ਸਿਰਫ 6515 ਪੰਜਾਬੀ, ਇਹਦਾ ਮਤਲਬ ਹੈ ਕਿ 6515 ਰੋਲ ਨੰਬਰ ਦਾ ਐਗਜ਼ਾਮ ਹੈ ਇਹ, ਅਤੇ ਪੰਜਾਬੀ ਸਬਜੈਕਟ ਦਾ। ਸੋ ਓਕੇ ਕਰ ਦਾਂਗੇ। ਹੁਣ ਇਹ ਰੀਨੇਮ ਹੋ ਚੁੱਕੀ ਹੈ ਫਾਈਲ। ਦੈਨ ਇਹਨੂੰ ਸ਼ੇਅਰ ਕਰਨਾ ਹੈ ਤੁਹਾਡੇ ਲੋਕਲ ਕੋਆਰਡੀਨੇਟਰ ਨਾਲ। ਤੁਸੀਂ ਉਹਨੂੰ ਈਮੇਲ ਕਰਨੀ ਹੈ ਤਾਂ ਈਮੇਲ ਵੀ ਕਰ ਸਕਦੇ ਹੋ। ਸੋ ਸ਼ੇਅਰ ਬਟਨ 'ਤੇ ਕਲਿੱਕ ਕਰਕੇ ਆਪਾਂ ਕਲਿੱਕ ਕਰਨਾ ਹੈ ਸ਼ੇਅਰ ਇੰਟਾਇਰ ਡਾਕੂਮੈਂਟ। ਅਗਰ ਓਨਲੀ ਦਿਸ ਫਾਈਲ 'ਤੇ ਕਰਾਂਗੇ, ਅਗਰ ਓਨਲੀ ਦਿਸ ਫਾਈਲ 'ਤੇ ਕਰਾਂਗੇ ਤਾਂ ਇੱਥੇ ਸਿਰਫ ਕਰੰਟ ਪੇਜ ਹੀ ਸ਼ੇਅਰ ਹੋਏਗਾ, ਬਟ ਆਪਾਂ ਨੇ ਕਰੰਟ ਪੇਜ ਨਹੀਂ, ਸਾਰੇ ਦੇ ਸਾਰੇ 16 ਦੇ 16 ਪੇਜ ਸ਼ੇਅਰ ਕਰਨੇ। ਇਸ ਕਰਕੇ ਆਪਾਂ ਇੰਟਾਇਰ ਡਾਕੂਮੈਂਟ 'ਤੇ ਕਰਾਂਗੇ ਸ਼ੇਅਰ ਇੰਟਾਇਰ ਡਾਕੂਮੈਂਟ। ਦੈਨ ਸ਼ੇਅਰ ਐਜ਼ PDF। ਸੋ ਸ਼ੇਅਰ ਐਜ਼ PDF 'ਤੇ ਕਰਨ ਤੋਂ ਬਾਅਦ ਇਹ ਪੁੱਛੇਗਾ ਤੁਹਾਨੂੰ ਕਿ ਕਿੱਥੇ ਸੈਂਡ ਕਰਨੀ ਹੈ। ਆਪਾਂ ਜੀਮੇਲ 'ਤੇ ਜਾਂ WhatsApp 'ਤੇ ਸੈਂਡ ਕਰਨੀ ਹੈ। ਸੋ ਅਗਰ ਜੀਮੇਲ 'ਤੇ ਕਰਨੀ ਹੈ ਤੁਸੀਂ ਜੀਮੇਲ 'ਤੇ ਕਲਿੱਕ ਕਰੋਗੇ। ਅਗਰ WhatsApp 'ਤੇ ਡਾਇਰੈਕਟ ਤੁਸੀਂ ਆਪਣੇ ਕੋਆਰਡੀਨੇਟਰ ਨੂੰ ਲਿੰਕ 'ਚੋਂ ਤਾਂ ਤੁਸੀਂ WhatsApp ਗਰੁੱਪ 'ਚ ਵੀ ਸੈਂਡ ਕਰ ਸਕਦੇ ਹੋ। ਸੋ WhatsApp 'ਤੇ ਆਪਾਂ WhatsApp 'ਤੇ ਆਪਾਂ ਸੈਂਡ ਕਰਦੇ ਹਾਂ। WhatsApp ਸਪੋਜ਼ ਤੁਹਾਡੇ ਕੋਆਰਡੀਨੇਟਰ ਨੇ ਜੋ ਅਰਸ਼ਨਾ ਮੈਮ ਨੇ, ਸੋ ਅਰਸ਼ਨਾ ਮੈਮ ਨੂੰ ਇੱਥੇ ਤੁਹਾਡੀ ਜਿਹੜੀ PDF ਫਾਈਲ ਹੈ ਉਹ ਸੈਂਡ ਹੋ ਜਾਏਗੀ। ਸੋ ਇਸ ਤਰੀਕੇ ਨਾਲ ਤੁਸੀਂ PDF ਫਾਈਲ ਨੂੰ ਸੈਂਡ ਕਰਨਾ ਹੈ। ਸੋ ਨੈਕਸਟ ਇਹ ਕਿ ਐਗਜ਼ਾਮ ਨੂੰ ਹੁਣ ਤੁਸੀਂ ਕਿਸ ਤਰੀਕੇ ਨਾਲ ਅਟੈਂਪਟ ਕਰ ਸਕਦੇ ਹੋ। ਉਹਦੇ ਲਈ ਆਪਣੇ ਕੋਲ ਸਾਰੀਆਂ ਮੈਥਡਸ ਨੇ। ਤੁਸੀਂ ਸਿਰਫ ਔਨਲਾਈਨ ਅਗਰ ਦੇਣਾ ਚਾਹੁੰਦੇ ਹੋ ਐਗਜ਼ਾਮ, ਘਰ ਬੈਠ ਕੇ ਤੁਹਾਡੇ ਕੋਲ ਕੁਐਸਚਨ ਪੇਪਰ ਆਏਗਾ ਅਤੇ ਉਹਨੂੰ ਤੁਸੀਂ ਘਰ ਬੈਠ ਕੇ ਅਟੈਂਪਟ ਕਰਕੇ ਇੱਦਾਂ PDF ਦੇ ਥਰੂ ਅਪਲੋਡ ਕਰ ਸਕਦੇ ਹੋ। ਬਟ ਇਹ ਆਪਸ਼ਨ ਸਿਰਫ ਉਦੋਂ ਚੂਜ਼ ਕਰਨੀ ਹੈ ਜਦੋਂ ਤੁਸੀਂ ਪੂਰੇ ਕੌਨਫੀਡੈਂਟ ਹੋ ਕਿ PDF ਤੁਹਾਡੀ ਸਹੀ ਬਣ ਰਹੀ ਹੈ, ਕੁਛ ਵੀ ਉਹਦੇ ਵਿੱਚ ਪੇਜ ਟੇਢੇ ਮੇਢੇ ਨਹੀਂ ਹੈ, ਅਤੇ ਤੁਹਾਡਾ ਜੋ ਟੈਕਸਟ ਹੈ ਉਹ ਪ੍ਰੋਪਰ ਰੀਡੇਬਲ ਹੈ। ਅਗਰ ਤੁਹਾਡਾ ਟੈਕਸਟ ਪ੍ਰੋਪਰ ਰੀਡੇਬਲ ਨਹੀਂ ਹੋਏਗਾ ਤਾਂ ਤੁਹਾਡੀ ਜਿਹੜੀ ਆਨਸਰ ਸ਼ੀਟ ਆ ਉਹ ਚੈੱਕ ਵੀ ਨਹੀਂ ਹੋਏਗੀ, ਜਿਹਦੇ ਨਾਲ ਤੁਹਾਡਾ ਰਿਜ਼ਲਟ ਖਰਾਬ ਹੋ ਸਕਦਾ ਹੈ। ਸੋ ਇਸ ਕਰਕੇ ਔਨਲਾਈਨ ਮੋਡ ਹੈ ਜਿਹੜਾ ਉਹ ਸਿਰਫ ਉਦੋਂ ਹੀ ਚੂਜ਼ ਕਰਨਾ ਹੈ ਕਿ ਜਦੋਂ ਤੁਸੀਂ ਪ੍ਰੋਪਰ PDF ਬਣਾ ਸਕਦੇ ਹੋ। ਜਾਂ ਫਿਰ ਸੈਕਿੰਡ ਆਪਸ਼ਨ ਕੀ ਹੈ ਤੁਹਾਡੇ ਕੋਲ, ਤੁਸੀਂ ਘਰ ਬੈਠ ਕੇ, ਇਹਨੂੰ ਆਪਾਂ ਔਨਲਾਈਨ ਆਫਲਾਈਨ ਮੋਡ ਕਹਿ ਸਕਦੇ ਹਾਂ, ਕਿ ਘਰ ਬੈਠ ਕੇ ਤੁਹਾਡੇ ਕੋਲ ਔਨ ਟਾਈਮ 9 ਵਜੇ ਜਾਂ 10 ਵਜੇ ਤੁਹਾਡੇ ਕੋਲ ਕੁਐਸਚਨ ਪੇਪਰ ਆ ਜਾਏਗਾ WhatsApp 'ਤੇ ਜਾਂ ਈਮੇਲ ਦੇ ਥਰੂ। ਤੁਸੀਂ ਉਹਨੂੰ ਘਰ ਬੈਠੇ ਹੀ ਆਪਣੀਆਂ ਆਨਸਰ ਸ਼ੀਟਸ ਦੇ ਉੱਤੇ ਅਟੈਂਪਟ ਕਰੋਗੇ। ਦੈਨ ਉਸ ਤੋਂ ਬਾਅਦ ਤੁਸੀਂ ਵਿਦਇਨ ਟਾਈਮ ਬਿਨਾਂ PDF ਬਣਾਏ ਤੁਸੀਂ ਆਪਣੀਆਂ ਜਿਹੜੀਆਂ ਹਾਰਡ ਕਾਪੀ ਹੈ ਆਨਸਰ ਸ਼ੀਟ ਦੇ 16 ਦੇ 16 ਪੇਜ ਤੁਸੀਂ ਆਪਣੇ ਕਾਲਜ ਸਬਮਿਟ ਕਰਵਾ ਸਕਦੇ ਹੋ। ਸੋ ਇਹ ਵੀ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਘਰ ਬੈਠ ਕੇ ਆਪਣਾ ਪੇਪਰ ਅਟੈਂਪਟ ਕਰੋਗੇ ਅਤੇ ਸਿਰਫ ਕਾਲਜ 'ਚ ਆ ਕੇ ਆਪਣਾ ਪੇਪਰ ਸਬਮਿਟ ਕਰਵਾ ਸਕਦੇ ਹੋ। ਸੋ ਨੈਕਸਟ ਆਪਸ਼ਨ ਹੈ ਕਿ ਅਗਰ ਤੁਹਾਡੇ ਕੋਲ ਮੋਬਾਈਲ ਫੋਨ ਵੀ ਨਹੀਂ ਹੈ, ਤੁਹਾਡੇ ਕੋਲ ਕੋਈ ਟੈਕਨੋਲੋਜੀ ਨਹੀਂ ਹੈ, ਤਾਂ ਤੁਸੀਂ ਆਫਲਾਈਨ ਮੋਡ ਦੇ ਵਿੱਚ ਪੇਪਰ ਦੇ ਸਕਦੇ ਹੋ। ਕਾਲਜ ਤੁਹਾਨੂੰ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹੈ, ਪੂਰੀਆਂ ਕੋਵਿਡ ਦੀਆਂ ਗਾਈਡਲਾਈਨਸ ਨੂੰ ਫੋਲੋ ਕੀਤਾ ਜਾ ਰਿਹਾ ਹੈ। ਸੋ ਉਹਦੇ ਵਿੱਚ ਕੀ ਹੈ, ਤੁਸੀਂ ਕਾਲਜ ਆ ਕੇ ਆਪਣਾ ਪ੍ਰੋਪਰ ਜਿਹੜਾ ਪੇਪਰ ਜਿਵੇਂ ਅੱਗੇ ਦਿੰਦੇ ਹੋ ਉਸ ਤਰੀਕੇ ਨਾਲ ਤੁਸੀਂ ਅਟੈਂਪਟ ਕਰ ਸਕਦੇ ਹੋ। ਸੋ ਉਹਦੇ ਵਿੱਚ ਤੁਹਾਨੂੰ ਕਾਲਜ ਵਿੱਚ ਆਪਣੀਆਂ ਸ਼ੀਟਾਂ ਨਾਲ ਲੈ ਕੇ ਆਓਗੇ ਤੁਸੀਂ, ਕਿਉਂਕਿ ਆਪਾਂ ਕੋਵਿਡ ਕਰਕੇ ਕੰਟੈਕਟਲੈਸ ਇਹਨੂੰ ਫੋਲੋ ਕਰ ਰਹੇ ਹਾਂ, ਅਤੇ ਜਿਹੜਾ ਕੁਐਸਚਨ ਪੇਪਰ ਹੈ ਉਹ ਤੁਹਾਨੂੰ ਕਾਲਜ 'ਚ ਪ੍ਰੋਵਾਈਡ ਕੀਤਾ ਜਾਏਗਾ, ਅਤੇ ਆਨਸਰ ਸ਼ੀਟਸ ਤੁਸੀਂ ਖੁਦ ਨਾਲ ਲੈ ਕੇ ਆਓਗੇ ਤਾਂ ਕਿ ਕੋਈ ਵੀ ਰਿਸਕ ਹੈ ਜੋ ਘੱਟ ਤੋਂ ਘੱਟ ਹੋਵੇ। ਸੋ ਇਸ ਕਰਕੇ ਤੁਸੀਂ ਥਰਡ ਆਪਸ਼ਨ ਵੀ ਚੂਜ਼ ਕਰ ਸਕਦੇ ਹੋ। ਅਤੇ ਇਹਦੇ ਰਿਗਾਰਡਿੰਗ ਤੁਸੀਂ ਆਪਣੀ ਜੋ ਇਨਫੋਰਮੇਸ਼ਨ ਹੈ ਉਹ ਆਪਣੇ ਐਗਜ਼ਾਮ ਕੋਆਰਡੀਨੇਟਰ ਨੂੰ ਦੇਣੀ ਹੈ। ਤੁਹਾਨੂੰ ਗਰੁੱਪਸ ਦੇ ਵਿੱਚ ਇਨਫੋਰਮ ਕਰ ਦਿੱਤਾ ਗਿਆ ਹੈ ਕਿ ਕੌਣ ਕੌਣ ਤੁਹਾਡੇ ਐਗਜ਼ਾਮ ਕੋਆਰਡੀਨੇਟਰਸ ਨੇ, ਉਹ ਕਲਾਸ ਵਾਈਜ਼ ਆਪਾਂ ਐਗਜ਼ਾਮ ਕੋਆਰਡੀਨੇਟਰ ਬਣਾ ਦਿੱਤੇ ਗਏ ਨੇ ਤੁਹਾਡੇ। ਸੋ ਇਸ ਕਰਕੇ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ। ਜੇ ਕੋਈ ਵੀ ਹੋਰ ਡਾਊਟ ਹੈ ਤੁਸੀਂ ਪੁੱਛ ਸਕਦੇ ਹੋ, ਮੈਸੇਜ ਦੇ ਥਰੂ ਜਾਂ ਕਾਲ ਕਰਕੇ ਪੁੱਛ ਸਕਦੇ ਹੋ।